प्रदेश प्रोग्राम 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਦਵੇਸਰ ਸਿੰਸੈਰਿਟੀ ਓਨੈਸਟੀ ਐਂਡ ਟਰਾਂਸਪੇਰੈਂਸੀ ਜੋ ਕਿ ਸਨ 1998 ਤੋਂ ਚੱਲ ਰਿਹਾ ਹੈ। ਦਵੇਸਰ ਦਾ ਹੈੱਡ ਆਫਿਸ ਅੰਮ੍ਰਿਤਸਰ ਵਿਖੇ ਹੈ ਤੇ ਲੁਧਿਆਣਾ ਵਿਖੇ ਵੀ ਇਹਨਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ। ਦਵੇਸਰ ਗਰਾਊਂਡ ਫਲੋਰ ਗੁਰੂ ਨਾਨਕ ਟਾਰ ਟਿਊਸ਼ਨ ਮਾਰਕੀਟ ਨੀਅਰ ਬਾਬਾ ਦੀਪ ਸਿੰਘ ਜੀ ਚੌਂਕ ਮਾਡਲ ਟਾਊਨ ਲੁਧਿਆਣਾ ਵਿਖੇ ਹੈ। ਇੱਥੇ ਬਾਹਰ ਜਾਣ ਵਾਲੇ ਵਿਦਿਆਰਥੀਆਂ ਨੂੰ ਆਇਲਟਸ ਦੀ ਕੋਚਿੰਗ ਦਿੱਤੀ ਜਾਂਦੀ ਹੈ ਤੇ ਬਾਹਰ ਜਾ ਕੇ ਵਿਦਿਆ ਹਾਸਲ ਕਰਨ ਦੇ ਲਈ ਸਟੱਡੀ ਵੀਜ਼ਾ ਵੀ ਉਹਨਾਂ ਨੂੰ ਉਪਲਬਧ ਕਰਵਾਇਆ ਜਾਂਦਾ ਹੈ। ਅਗਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤਾਂ ਦਵੇਸਰ ਆਇਲਟਸ ਨਾਲ ਜ਼ਰੂਰ ਸੰਪਰਕ ਕਰੋ। ਸਾਡੀ ਟੀਮ ਨੇ ਇਸ ਇੰਸਟੀਚਿਊਟ ਦੇ ਸਟਾਫ ਨਾਲ ਗੱਲਬਾਤ ਕੀਤੀ ਜੋ ਕਿ ਬੇहद ਮਿਹਨਤੀ ਤੇ ਤਜਰਬੇਕਾਰ ਹੈ। ਆਓ ਲੈ ਕੇ ਚੱਲਦੇ ਹਾਂ ਦਵੇਸਰ ਲੁਧਿਆਣਾ। दर्शकों के जाइए प्रदेश प्रोग्राम स्वागत है। अज असीं आए हैं दवेसर, एक ऐसा नाम जिहड़ा पिछले लंबे समय तो 1998 तो सेवावां दे रहा सी अमृतसर दे विच, और हुण जिहड़ा छोटा जिहा बूटा लग्या सी शानदार पेड़ का रूप धारण करके केवल अमृतसर ही नहीं बाकी होर थावां दे उत्ते भी जिहड़ियां अपनी सेवावां इन्हां दे शुरू हो चुकियां। असीं बैठे लुधियाने दे ऑफिस दे विच जिथे वीर जी ने एक नया जिहड़ा हैगा सेवा जिहड़ी इत्थे शुरू कीती आईलैट्स दी और इमीग्रेशन दी। वीर जी तुहाडा स्वागत है साडे स्पैशल शो च। थैंक यू सर, थैंक यू सो मच। ਤੁਹਾਡਾ ਬਹੁਤ स्वागत है ਸਾਡੇ ਆਫਿਸ ਆਉਣ ਤੇ ਵੀ ਤੇ ਧੰਨਵਾਦ ਸਰ ਤੁਹਾਡਾ ਬਹੁਤ। ਵੀਰ ਜੀ ਜੋ ਸਾਫ ਸੁਥਰੇ ਢੰਗ ਦੇ ਨਾਲ 1998 ਤੋਂ ਦਵੇਸਰ ਨੇ ਮਿਹਨਤ ਕੀਤੀ ਹੈ ਕਿਉਂਕਿ ਇਹ ਖੁਦ ਜਿਹੜੇ ਐਜੂਕੇਸ਼ਨਿਸਟ ਸੀਗੇ ਔਰ ਉਸ ਮਿਹਨਤ ਦੇ ਨਾਲ ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ ਉਹ ਟਾਈਮ ਜਦੋਂ ਲੋਕਾਂ ਨੂੰ ਇਮੀਗ੍ਰੇਸ਼ਨ ਆਈਲੈਟਸ ਦਾ ਬਹੁਤ ਘੱਟ ਪਤਾ ਹੁੰਦਾ ਸੀ ਉਦੋਂ ਤੋਂ ਇਹਦੀ ਸੇਵਾਵਾਂ ਸ਼ੁਰੂ ਕੀਤੀਆਂ ਹੋਈਆਂ ਨੇ। ਕੀ ਕਹਿਣਾ ਚਾਹੋਗੇ ਕਿ ਐਜੂਕੇਸ਼ਨਿਸਟ ਹੋ ਕੇ ਇਹਨਾਂ ਨੇ ਹਮੇਸ਼ਾ ਐਜੂਕੇਸ਼ਨਿਸਟ ਵਾਂਗੂ ਹੀ ਸੇਵਾਵਾਂ ਦਿੱਤੀਆਂ, ਪਹਿਲਾਂ ਟੀਚਿੰਗ ਲਾਈਨ ਦੇ ਵਿੱਚ ਆਪਣੀਆਂ ਸੇਵਾਵਾਂ ਉਹਨਾਂ ਨੂੰ ਦਿੱਤੀਆਂ ਬੱਚਿਆਂ ਨੂੰ, ਉਸ ਤੋਂ ਬਾਅਦ ਦੇ ਵਿੱਚ ਇਸ ਦੇ ਵਿੱਚ ਵੀ ਉਹਨਾਂ ਨੇ ਆਈਲੈਟਸ ਦੇ ਉੱਪਰ ਐਮਫਸਾਈਜ਼ ਕੀਤਾ ਪੂਰੀ ਤਰ੍ਹਾਂ ਨਾਲ। ਔਰ 1998 ਦੀ ਅਗਰ ਆਪਾਂ ਆਈਲੈਟਸ ਕਰੀਏ ਤਾਂ ਉਦੋਂ ਗਿਣਵੀਂ ਚੁਣਵੀਂ ਕੋਈ ਅਕੈਡਮੀ ਹੁੰਦੀ ਸੀ, ਉਦੋਂ ਦਵੇਸਰ ਨੇ ਇਹ ਸੇਵਾ ਸ਼ੁਰੂ ਕੀਤੀਆਂ। ਔਰ ਹੁਣ ਲੁਧਿਆਣਾ ਜਿਹੜਾ ਕਿ ਹਾਰਟ ਆਫ ਦੀ ਲੁਧਿਆਣਾ ਤੁਸੀਂ ਜਿੱਥੇ ਬੈਠੇ ਹੋ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਕੋਲੇ ਇੱਥੇ ਵੀ ਸੇਵਾ ਸ਼ੁਰੂ ਹੋ ਚੁੱਕੀ ਹੈ। ਦੇਖੋ ਸਰ ਬੇਸਿਕਲੀ ਇੱਕ ਜਿਹੜਾ ਇੱਕ ਫੈਮਿਲੀ ਦਾ ਇੱਕ ਬਲੱਡ ਹੁੰਦਾ ਉਹ ਐਜੂਕੇਸ਼ਨਿਸਟ ਬਲੱਡ ਹੈ ਤੇ ਜਿਹੜਾ ਬੰਦਾ ਐਜੂਕੇਸ਼ਨਿਸਟ ਹੁੰਦਾ ਹੈ ਸਾਡੇ ਹਰਦੀਸ਼ ਦਵੇਸਰ ਜੀ ਸਾਡੇ ਐਮਡੀ ਸਾਹਿਬ ਉਹ ਇੱਕ ਉਹਨਾਂ ਦਾ ਬਲੱਡ ਦੇ ਵਿੱਚ ਹੀ ਐਜੂਕੇਸ਼ਨ ਹੈ। ਉਹਨਾਂ ਦੀ ਇੱਕ ਪਹਿਲੀ ਸੋਚ ਹੀ ਇਹੀ ਹੈ ਕਿ ਬਹੁਤ ਹੀ ਓਨੈਸਟੀ ਦੇ ਨਾਲ ਟਰਾਂਸਪੇਰੈਂਸੀ ਦੇ ਨਾਲ ਔਰ ਬਹੁਤ ਹੀ ਸਿੰਸੈਰਿਟੀ ਦੇ ਨਾਲ ਬੱਚੇ ਦਾ ਕਰੀਅਰ ਜੁੜਿਆ ਹੋਇਆ ਇਸ ਕੰਮ ਦੇ ਵਿੱਚ ਤੇ ਮਾਂ-ਬਾਪ ਦਾ ਪੈਸਾ ਲੱਗਦਾ ਹੈ, ਬੱਚੇ ਦੂਰ ਜਾਂਦੇ ਆ ਲੱਖ ਕਿਲੋਮੀਟਰ ਤੋਂ ਪੜ੍ਹਨ ਜਾਂਦੇ ਆ ਤੇ ਦਵੇਸਰ ਇੱਕ ਹਮੇਸ਼ਾ ਧਿਆਨ ਰੱਖਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜੇ ਬੱਚੇ ਸਾਡੇ ਕੋਲ ਗਾਈਡੈਂਸ ਐਂਡ ਕਾਉਂਸਲਿੰਗ ਲਈ ਆਉਂਦੇ ਨੇ ਉਹਨਾਂ ਨੂੰ ਪ੍ਰੋਪਰ ਕਾਲਜ ਪ੍ਰੋਪਰ ਉਹਨਾਂ ਨੂੰ ਕੋਰਸ ਸਿਲੈਕਟ ਕਰਕੇ ਦੇਈਏ। ਦੂਜਾ ਜੋ ਆਇਲਟਸ ਵਾਲੇ ਬੱਚੇ ਸਾਡੇ ਕੋਲ ਪੜ੍ਹਨ ਬੜੇ ਇੰਟੈਲੀਜੈਂਟ ਬੱਚੇ ਆਉਂਦੇ ਨੇ ਬਟ ਸਮਟਾਈਮਸ ਉਹ ਕਈ ਵਾਰੀ ਛੋਟੇ ਕੋਈ ਟਿਪਸ ਨਾ ਹੋਣ ਕਰਕੇ ਮਾਰ ਖਾ ਜਾਂਦੇ ਆ। ਅਸੀਂ ਉਹਨਾਂ ਨੂੰ ਐਜ਼ ਏ ਐਜੂਕੇਸ਼ਨਿਸਟ ਦੇ ਤੌਰ 'ਤੇ ਹੀ ਉਹਨਾਂ ਨੂੰ ਡੀਲ ਕਰਦੇ ਹਾਂ। ਸਾਡਾ ਕੋਈ ਬਿਜ਼ਨਸ ਮੋਟਿਵ ਪਰਪਸ ਨਹੀਂ ਹੈਗਾ, ਅਸੀਂ ਕਲੀਅਰ ਕੱਟ ਸਾਡਾ ਮਿਸ਼ਨ ਇਹੀ ਹੈ ਕਿ ਅਸੀਂ ਟਰਾਂਸਪੇਰੈਂਸੀ ਦੇ ਨਾਲ ਓਨੈਸਟੀ ਦੇ ਨਾਲ ਅਤੇ ਸਿੰਸੈਰਿਟੀ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਅਸੀਂ ਮਿਲਦੇ ਹਾਂ ਤੇ ਉਹਨਾਂ ਨੂੰ ਸੇਵਾਵਾਂ ਦਿੰਦੇ ਹਾਂ। ਵੀਰ ਜੀ ਜਿਸ ਤਰੀਕੇ ਨਾਲ 98 ਤੋਂ ਲਾ ਕੇ ਹੁਣ ਤੱਕ ਹਜ਼ਾਰਾਂ ਸਟੂਡੈਂਟਸ ਬਾਹਰ ਜਾ ਚੁੱਕੇ ਆ, ਤਾਂ ਕੈਨੇਡਾ 'ਚ ਵੀ ਦਵੇਸਰ ਫਿਰਦਾ, ਆਸਟ੍ਰੇਲੀਆ 'ਚ ਵੀ ਦਵੇਸਰ ਫਿਰਦਾ, ਯੂਕੇ ਦੇ ਵਿੱਚ ਵੀ ਦਵੇਸਰ ਫਿਰਦਾ, ਜਰਮਨ 'ਚ ਵੀ ਦਵੇਸਰ ਫਿਰਦਾ। ਕੀ ਕਹਿਣਾ ਚਾਹੋਗੇ ਕਿ ਐਸਾ ਘਰ ਉਹਨਾਂ ਦਾ ਬਣ ਚੁੱਕਿਆ ਹੈਗਾ ਕਿ ਅਗਰ ਕੋਈ ਸਟੂਡੈਂਟ ਬਾਹਰ ਜਦੋਂ ਹੁਣ ਵੀਜ਼ਾ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਕੀਲ ਇੱਕ ਤਰ੍ਹਾਂ ਦਾ ਪਲੇਟਫਾਰਮ ਜਿਹੜਾ ਹੈਗਾ ਉਹ ਦਵੇਸਰ ਦਾ ਬੜਾ ਤਿਆਰ ਹੁੰਦਾ ਕਿਉਂਕਿ ਇੰਨੇ ਬੱਚੇ ਜਿਹੜੇ WhatsApp ਗਰੁੱਪਾਂ ਦੇ ਤੁਹਾਡੇ ਨਾਲ ਨੇ ਉਹਨਾਂ ਨੂੰ ਬੜੇ ਲੀਗਲ ਵੇ ਦੇ ਨਾਲ ਤੁਸੀਂ ਭੇਜਿਆ ਕਰਕੇ ਅੱਜ ਉਹ ਬਹੁਤ ਵਧੀਆ ਆਪਦੀਆਂ ਸੇਵਾਵਾਂ ਦੇ ਰਹੇ ਨੇ, ਤਾਂ ਉਹ ਇੱਕ ਉਹਨਾਂ ਦੇ ਲਈ ਜ਼ਰੀਆ ਬਣ ਜਾਂਦਾ ਬੱਚਿਆਂ ਲਈ। ਇੱਧਰਲੇ ਬੱਚੇ ਜਾਂਦੇ ਆ ਬੜੇ ਅਨਪੋਲ ਹੁੰਦੇ ਆ, ਨੋ ਡਾਊਟ ਚਾਹੇ ਉਹ ਬੈਂਡਸ ਲੈ ਲੈਂਦੇ ਆ, ਲੇਕਿਨ ਬੋਡੀ ਲੈਂਗੁਏਜ ਦੀ ਗੱਲ ਕਰ ਲਈਏ ਮਾਈਂਡ ਸੈਟਅਪ ਦੀ ਗੱਲ ਕਰ ਲਈਏ ਤਾਂ ਬੱਚਿਆਂ ਵਾਲਾ ਮਾਈਂਡ ਸੈਟਅਪ ਹੁੰਦਾ ਡਰਿਆ ਹੁੰਦਾ ਵੀ ਇੱਕ ਫੋਰਨ ਕੰਟਰੀ 'ਚ ਜਾ ਕੇ ਤਾਂ ਉੱਥੇ ਜਦੋਂ ਬੱਚੇ ਜਾ ਕੇ ਕਹਿੰਦੇ ਵੀ ਅਸੀਂ ਦਵੇਸਰ ਦੀ ਪੈਦਾਇਸ਼ ਆ, ਅਸੀਂ ਦਵੇਸਰ ਵਾਲਿਆਂ ਦੇ ਬੰਦੇ ਆ, ਤਾਂ ਉਹਨਾਂ ਦਾ ਮਨੋਬਲ ਵੀ ਵੱਧਦਾ ਔਰ ਉਹਨਾਂ ਦੀ ਹੈਲਪ ਵੀ ਕਰਦੇ ਆ। ਦੇਖੋ ਸਰ ਜਿਹੜੇ ਬੱਚੇ ਸਾਡੇ ਕੋਲ ਇੱਥੋਂ ਪੜ੍ਹ ਕੇ ਜਾਂਦੇ ਆ ਅਸੀਂ ਉਹਨਾਂ ਦਾ ਇੰਨਾ ਸੋਹਣਾ ਨੈਕਸਟ 5 ਇਅਰਸ ਦਾ ਰੋਡ ਮੈਪ ਬਣਾ ਕੇ ਦਿੰਦੇ ਹਾਂ। ਨੈਕਸਟ 5 ਇਅਰ ਦਾ ਮਤਲਬ ਹੈ ਕਿ ਪਰਪਸ ਬੱਚਿਆਂ ਦਾ ਇੱਕ ਹੈਗਾ ਕਿ ਸਭ ਤੋਂ ਪਹਿਲਾਂ ਤੁਸੀਂ ਪੜ੍ਹਾਈ ਪੂਰੀ ਕਰਨੀ ਹੈ ਤਾਂ ਕਿ ਗਲੋਬਲੀ ਤੁਹਾਨੂੰ ਦੁਨੀਆ ਮੌਕਾ ਦੇਵੇ ਕੰਮ ਕਰਨ ਦੇ ਲਈ ਐਜ਼ ਏ ਪ੍ਰੋਫੈਸ਼ਨਲ। ਜ਼ਰੂਰੀ ਨਹੀਂ ਕੈਨੇਡਾ 'ਚ ਰਹਿਣਾ, ਹੋ ਸਕਦਾ ਨਿਊਜ਼ੀਲੈਂਡ ਦੀ ਕੋਈ ਬਹੁਤ ਵੱਡੀ ਕੋਈ ਕੰਪਨੀ ਤੁਹਾਨੂੰ ਮੌਕਾ ਦੇਵੇ, ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੀ ਪੜ੍ਹਾਈ ਕੰਪਲੀਟ ਕਰਨੀ ਹੈ, ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨਾ। ਇਹੀ ਸਾਡੀ ਸਭ ਤੋਂ ਦਿਲੀ ਇੱਛਾ ਹੁੰਦੀ ਹੈ। ਇਸੇ ਕਰਕੇ ਬੱਚੇ ਸਾਨੂੰ ਜਾਣਦੇ ਨੇ ਕਿ ਇਹ ਇੰਨਾ ਪਿਆਰ ਨਾਲ ਡੀਲ ਕਰਦੇ ਆ। ਸ਼ੁਰੂ ਦੇ ਵਿੱਚ ਅਸੀਂ ਫਾਊਂਡੇਸ਼ਨ ਹੀ ਇੰਨੀ ਸਟਰੋਂਗ ਕਰਦੇ ਨੇ ਉਸ ਬੱਚੇ ਦੀ ਕਿ ਉੱਥੇ ਜਾ ਕੇ ਉਹਨੂੰ ਘਬਰਾਹਟ ਫੀਲ ਹੀ ਨਹੀਂ ਹੁੰਦੀ ਕਿਸੇ ਦੀ, ਕਿਉਂਕਿ ਜਦੋਂ ਇੱਥੋਂ ਦਾ ਰੋਡ ਮੈਪ ਹੀ ਇੰਨਾ ਜ਼ਬਰਦਸਤ ਬਣਾਤਾ ਕਿ ਅਗਲੇ 5 ਸਾਲ ਤੱਕ ਤੂੰ ਪੜ੍ਹਨਾ ਹੈ
ਸਟੱਡੀ ਕਰਨੀ ਹੈ, ਉੱਥੇ ਜਾ ਕੇ ਕੰਮ ਕਰਨਾ ਹੈ, ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨਾ ਹੈ, ਤਾਂ ਕੋਈ ਰੀਜ਼ਨ ਹੀ ਨਹੀਂ ਹੈਗਾ। ਤਾਂ ਬੱਚੇ ਤਾਂ ਸਾਨੂੰ ਫਿਰ ਨੈਚੁਰਲੀ ਪਿਆਰ ਕਰਦੇ ਆ ਜੀ, ਸਾਨੂੰ ਗੂਗਲ ਦੇ ਉੱਤੇ ਬੜੀ ਅੱਛੀ ਫੀਡਬੈਕ ਦਿੰਦੇ ਆ, ਸਾਨੂੰ ਰੈਫਰੈਂਸਿਸ ਬਹੁਤ ਦਿੰਦੇ ਆ ਜੀ ਬੱਚੇ। ਸਾਨੂੰ ਬਾਅਦ ਹੀ ਪਤਾ ਲੱਗਦਾ ਜੀ, ਕੈਨੇਡਾ 'ਚ ਬੱਚੇ ਬੈਠੇ ਦਾ ਫੋਨ ਆ ਜਾਂਦਾ ਕਿ ਹਾਂਜੀ ਫਲਾਣਾ ਬੱਚਾ ਤੁਹਾਡੇ ਕੋਲ ਭੇਜ ਰਿਹਾ ਜੀ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਬੱਚਾ ਗਿਆ ਸੀ, ਈਵਨ ਕਈ ਵਾਰੀ ਦਿਮਾਗ 'ਚੋਂ ਨਿਕਲ ਜਾਂਦਾ ਸਾਡੇ, ਫਿਰ ਯਾਦ ਕਰਦੇ ਅੱਛਾ ਅੱਛਾ ਹਾਂ ਠੀਕ ਹੈ ਯਾਦ ਆ ਗਿਆ। ਇਹ ਚੀਜ਼ਾਂ ਸਾਡਾ ਸ਼ਾਇਦ ਕਿਤੇ ਸਾਡੀ ਐਸੈਟ ਨੇ, ਇਹ ਸਾਡੀ ਚੀਜ਼, ਇਹ ਸਾਡੇ ਕਹਿ ਸਕਦੇ ਹੋ ਸਾਡੀ ਦਵੇਸ਼ਰ ਦਾ ਗੁਣ ਹੈਗਾ, ਇਹ ਗੁਣਾਂ ਦਾ ਅਸੀਂ ਖਾ ਰਹੇ ਹਾਂ ਸਰ। ਵੀਰ ਜੀ ਇੱਕੋ ਛੱਤ ਦੇ ਥੱਲੇ ਪਹਿਲਾਂ ਬੱਚਾ ਆਉਂਦਾ, ਉਹਨੂੰ ਆਈਲੈਟਸ ਦੇ ਵਿੱਚ ਵੀ ਬੱਚਿਆਂ ਨੂੰ ਜਿਸ ਤਰੀਕੇ ਨਾਲ ਉਹਨਾਂ ਦਾ ਬਾਡੀ ਲੈਂਗੁਏਜ ਹੁੰਦੀ ਹੈ, ਜਿਸ ਤਰੀਕੇ ਨਾਲ ਉਹਨਾਂ ਦਾ ਮਾਈਂਡ ਸੈਟਅਪ ਹੁੰਦਾ, ਉਸ ਅਨੁਸਾਰ ਹੀ ਤੁਹਾਡੇ ਟੀਚਰ ਜਿੱਦਾਂ ਤੁਸੀਂ ਉਹਨਾਂ ਨੂੰ ਕਾਉਂਸਲ ਕਰਦੇ ਹੋ, ਭਾਈ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਬੜੀ ਔਖੀ ਕਮਾਈ ਆ ਮਾਂ-ਬਾਪ ਦੀ, ਆਪਣੇ ਟੀਚਰ ਨੂੰ ਤੁਸੀਂ ਡੇਲੀ ਕਾਉਂਸਲ ਕਰਦੇ ਹੋ ਕਿ ਆਪਾਂ ਇੱਥੇ ਵਿਦਿਆ ਦਾ ਦਾਨ ਦੇਣਾ, ਆਪਾਂ ਉਹਨਾਂ ਨੂੰ ਇਸ ਤਰੀਕੇ ਦੇ ਬਣਾਉਣਾ ਕਿ ਉਹ ਬਾਹਰ ਜਾ ਕੇ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਪ੍ਰੋਬਲਮ ਦਾ ਫੇਸ ਨਾ ਕਰਨੀ ਪਵੇ, ਔਰ ਉਸੇ ABC ਨੂੰ ਲੈ ਕੇ ਤੁਸੀਂ ਸਟਾਰਟ ਕਰਦੇ ਹੋ, ਚਾਹੇ ਉਹਨਾਂ ਦੀ ਗਵਰਨਮੈਂਟ ਸਕੂਲਾਂ ਦੀ ਬੈਕਗ੍ਰਾਉਂਡ ਆ, ਚਾਹੇ ਉਹਨਾਂ ਦੇ ਕਨਵੈਂਟ ਐਜੂਕੇਟਡ ਨੇ, ਉਹਨਾਂ ਨੂੰ ਉਸ ਤਰੀਕੇ ਦੇ ਨਾਲ ਮਤਲਬ ਉਹਨਾਂ ਨੂੰ ਇੱਕ ਐਸੇ ਈਰਾ 'ਚ ਲੈ ਜਾਂਦੇ ਹੋ ਜਿੱਥੇ ਉਹਨਾਂ ਦੇ ਮਾਈਂਡ ਸੈਟ ਆਪਾਂ ਜਿਹੜੇ ਬੜੇ ਸਟਰੋਂਗ ਹੋ ਜਾਂਦੇ। ਸਰ ਸਭ ਤੋਂ ਪਹਿਲਾਂ ਬੱਚੇ ਬਹੁਤ ਬ੍ਰਿਲੀਅੰਟ ਨੇ, ਬੱਚੇ ਬਹੁਤ ਇੰਟੈਲੀਜੈਂਟ ਨੇ, ਸ਼ਾਰਪ ਨੇ ਬਹੁਤ ਜ਼ਿਆਦਾ। ਅੱਜ ਦੇ ਬੱਚੇ ਜਿਹੜੇ ਸਾਡੀ ਜਨਰੇਸ਼ਨ ਵਰਗੇ ਨਹੀਂ ਹੈਗੇ, ਬਹੁਤ ਸ਼ਾਰਪ ਸ਼ੂਟਰ ਬੱਚੇ ਨੇ, ਬਟ ਆਫਟਰ ਇੱਕ ਟੈਸਟ ਹੈ ਆਈਐਲਟਸ ਟੈਸਟ ਹੈ, ਤਾਂ ਓਬਵੀਅਸਲੀ ਕਿ ਜਦੋਂ ਬੱਚਾ ਕੋਈ ਟੈਸਟ ਲਈ ਅਪੀਅਰ ਹੋਣ ਜਾ ਰਿਹਾ ਹੁੰਦਾ ਹੈ ਤਾਂ ਇੱਕ ਉਹਦੀ ਹੈਵੀ ਫੀਸ ਹੈ। ਹਰ ਬੱਚੇ ਨੂੰ ਹੁੰਦਾ ਕਿ ਮੇਰੇ ਕੋਲ ਰੀਟੇਕ ਦਾ ਟਾਈਮ ਨਹੀਂ ਹੈਗਾ, ਬਿਕੋਜ਼ ਟਾਈਮ ਵੀ ਗੁਜ਼ਰ ਰਿਹਾ ਬੱਚੇ ਦਾ, ਤੇ ਅਸੀਂ ਬੱਚੇ ਨੂੰ ਮੈਂਟਲੀ ਤਿਆਰ ਕਰਦੇ ਹਾਂ ਕਿ ਤੁਸੀਂ ਅਗਲੇ 2 ਮਹੀਨੇ 3 ਮਹੀਨੇ ਸਿਰ ਸੁੱਟ ਕੇ ਤਿਆਰੀ ਕਰਨੀ ਹੈ। ਹੁਣ ਇਹ ਨਾ ਸੋਚੋ ਕਿ ਅਸੀਂ ਜੋ ਦੇਤਾ, ਪ੍ਰੈਕਟਿਸ ਕਰਨੀ ਹੈ ਘਰ ਜਾ ਕੇ, ਮੌਕ ਟੈਸਟ ਔਰ ਸਾਡੇ ਜਿਹੜੇ ਮੋਡਿਊਲਸ ਨੇ ਉਹਨੂੰ ਅਸੀਂ ਇੰਨਾ ਰੀਡਿਜ਼ਾਈਨ ਕਰਦੇ ਰਹਿੰਦੇ ਹਾਂ, ਉਹਨਾਂ ਵਿੱਚ ਅਮੈਂਡਮੈਂਟਸ ਕਰਦੇ ਰਹਿੰਦੇ ਹਾਂ। ਅਸੀਂ ਡੇ 1 ਤੋਂ ਲੈ ਕੇ ਡੇ 80 ਤੱਕ ਦੇ ਅਸੀਂ ਬੈਸਟ ਮੋਡਿਊਲ ਤਿਆਰ ਕਰਦੇ ਹਾਂ ਬੱਚਿਆਂ ਵਾਸਤੇ। ਕਾਰਨ ਉਹਦਾ ਇਹ ਹੈਗਾ, ਦੇਖੋ ਬੱਚਾ ਜਦੋਂ ਸਾਡੇ ਕੋਲ ਆਉਂਦਾ ਹੈ ਤਾਂ ਉਹ ਚਾਹੇ 10-12 ਸਾਲ ਇੰਗਲਿਸ਼ ਉਹਨੇ ਪੜ੍ਹੀ ਹੈ, ਬਟ ਹੁਣ ਉਹਦਾ ਇੱਕ ਟੈਸਟ ਹੋਣ ਜਾ ਰਿਹਾ, ਔਰ ਉਹ ਵੀ ਟੈਸਟ ਐਸਾ ਟੈਸਟ ਜਿਹੜਾ ਕਿ ਵਿਦਿਨ ਸ਼ਾਰਟ ਸਪੈਨ ਆਫ ਟਾਈਮ ਦੇ ਵਿੱਚ ਹੋਣਾ, ਮਤਲਬ ਮਿੰਟੋ ਮਿੰਟੀ ਉਹਦਾ ਟੈਸਟ ਹੋ ਜਾਣਾ, ਔਰ ਐਸੀ ਯੂਨੀਵਰਸਿਟੀ ਨੇ ਟੈਸਟ ਲੈਣਾ ਉਹਦਾ ਇੰਗਲਿਸ਼ ਦੇ ਵਿੱਚ ਜਿਹਦਾ ਆਪਣਾ ਰਿਨੋਨ ਨਾਮ ਹੈ। ਬੱਚਿਆਂ ਦਾ ਸਭ ਤੋਂ ਪਹਿਲਾਂ ਤਾਂ ਕੌਨਫੀਡੈਂਸ ਬਿਲਡ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਐਟ ਦੈਟ ਪੁਆਇੰਟ ਆਫ ਟਾਈਮ। ਅਸੀਂ ਆਪਣੇ ਜਿਹੜੇ ਕਾਉਂਸਲਰ ਟ੍ਰੇਨਰਸ ਨੇ ਉਹ ਬਹੁਤ ਸਰਟੀਫਾਈਡ ਟ੍ਰੇਨਰਸ ਨੇ ਸਾਡੇ ਕੋਲੇ, ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਇੱਕ ਚੀਜ਼ ਸਮਝਾਈ ਜਾਂਦੀ ਹੈ ਕਿ ਤੁਸੀਂ ਬੱਚੇ ਨੂੰ ਬਿਲਕੁਲ ਲਾਈਟ ਫੀਲ ਕਰਾਉਣਾ ਹੈ ਟ੍ਰੇਨਿੰਗ ਰੂਮ ਦੇ ਵਿੱਚ, ਕਲਾਸਰੂਮ ਦੇ ਵਿੱਚ, ਉਹਨੂੰ ਡਰਨ ਨਾ ਬਿਲਕੁਲ ਵੀ, ਉਹ ਇੰਟੈਲੀਜੈਂਟ ਨੇ, ਉਹ ਬ੍ਰਿਲੀਅੰਟ ਨੇ। ਫਿਰ ਹੌਲੇ ਸਿੰਪਲ ਟੂ ਕੰਪਲੈਕਸ ਵੱਲ ਜਾਣਾ, ਮੌਕ ਟੈਸਟ ਮੈਕਸਿਮਮ ਕਰਾਣੇ ਨੇ ਤਾਂ ਕਿ ਬੱਚੇ ਨੂੰ ਇੰਨੀ ਕੁ 3 ਮਹੀਨਿਆਂ 'ਚ 2 ਮਹੀਨਿਆਂ ਦੇ ਵਿੱਚ ਪ੍ਰੈਕਟਿਸ ਹੋ ਜਾਏ ਕਿ ਬੱਚਾ 7 ਬੈਂਡਰ 8 ਬੈਂਡਰ ਔਰ 6.5 ਬੈਂਡਰ ਈਵਨ ਮੋਰ ਦੈਨ 6 ਬੈਂਡਰ ਹੋ ਕੇ ਨਿਕਲੇ, ਤਾਂ ਕਿ ਉਸਨੂੰ ਆਪਣੀ ਲਾਈਫ ਦੇ ਵਿੱਚ ਕਿਤੇ ਵੀ ਵੀਜ਼ਾ ਲੈਣ ਦੇ ਵਿੱਚ ਜਾਂ ਕਾਲਜ ਦੇ ਵਿੱਚ ਕੋਈ ਆਫਰ ਲੈਟਰ ਲੈਣ ਦੇ ਵਿੱਚ ਜਾਂ ਕੋਰਸ ਨੂੰ ਸਿਲੈਕਟ ਕਰਨ ਦੇ ਵਿੱਚ ਜਾਂ ਉੱਥੇ ਜਾ ਕੇ ਇੰਗਲਿਸ਼ ਉਹਦੇ ਲਈ ਕੋਈ ਟਰਬਲ ਨਾ ਹੋਵੇ। ਇੰਗਲਿਸ਼ ਉਹਦੇ ਲਈ ਇਹ ਹੋ ਜਾਏ ਜਿਸ ਤਰ੍ਹਾਂ ਇੱਕ ਲੈਂਗੁਏਜ ਹੈ, ਇਟਸ ਨਾਟ ਅ ਮਤਲਬ ਕੋਈ ਇੰਗਲਿਸ਼ ਇੱਕ ਲੈਂਗੁਏਜ, ਇਟਸ ਨਾਟ ਅ ਫਿਜ਼ਿਕਸ ਔਰ ਇਟਸ ਨਾਟ ਅ ਕੈਮਿਸਟਰੀ, ਹੈ ਨਾ। ਤੇ ਲੈਂਗੁਏਜ ਨੂੰ ਉਹ ਬਹੁਤ ਹੀ ਆਰਾਮ ਨਾਲ ਪੋਲਾਈਟਲੀ ਐਕਸੈਪਟ ਕਰ ਲਵੇ ਔਰ ਅੱਗੇ ਜਾ ਕੇ ਆਪਣਾ ਕੈਰੀਅਰ ਨੂੰ ਬਿਲਡ ਕਰੇ। ਜੇ ਮੌਕ ਟੈਸਟ ਦੀ ਗੱਲ ਕੀਤੀ ਆ, ਤੁਹਾਡੇ ਇੱਥੇ ਸਰਪ੍ਰਾਈਜ਼ ਮੌਕ ਟੈਸਟ ਬਹੁਤ ਹੁੰਦੇ ਨੇ, ਕਿਉਂਕਿ ਤੁਸੀਂ ਹਾਲਾਂਕਿ ਇੱਥੇ ਨਇਆ ਖੋਲ੍ਹਿਆ ਹੈਗਾ, ਪਰ ਉਹਦੇ ਬਾਵਜੂਦ ਵੀ ਸਰਪ੍ਰਾਈਜ਼ ਮੌਕ ਟੈਸਟ, ਔਰ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਮੌਕ ਟੈਸਟ ਲਈ ਜਾਣਾ ਹੈਗਾ, ਉਹ ਕਿੱਦਾਂ ਮਤਲਬ ਤੁਹਾਡੇ ਟੀਚਰ ਜਿਹੜੇ ਹੈਗੇ ਆ ਉਸ ਨੂੰ ਹੈਂਡਲ ਕਰਦੇ? ਸਰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਕਿਹਾ ਕਿ ਬੱਚਿਆਂ ਨੂੰ ਸਭ ਤੋਂ ਪਹਿਲਾਂ ਕੌਨਫੀਡੈਂਸ ਬਿਲਡ ਕਰਨਾ ਬਹੁਤ ਜ਼ਰੂਰੀ ਹੈ। ਸਾਡੇ ਟ੍ਰੇਨਰਸ ਸਭ ਤੋਂ ਪਹਿਲਾਂ ਬੱਚਿਆਂ ਦਾ ਕੌਨਫੀਡੈਂਸ ਬਿਲਡ ਕਰਦੇ ਕਿ ਕੁਝ ਵੀ ਮੁਸ਼ਕਿਲ ਨਹੀਂ ਹੈ। ਆਫਟਰ ਆਲ ਜਿਸ ਬੱਚੇ ਨੇ 12 ਸਾਲ ਇੰਗਲਿਸ਼ ਪੜ੍ਹੀ ਹੈ, ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਿਆ ਬੱਚਾ, ਉਹਦੇ ਲਈ ਕੁਝ ਵੀ ਮੁਸ਼ਕਿਲ ਨਹੀਂ ਹੁੰਦਾ, ਬਟ ਇੱਕ ਕੌਨਫੀਡੈਂਸ ਬਿਲਡ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਬੜੇ ਧੁਨੰਦਰ ਮਾਰਕ ਆ ਜਾਂਦੇ ਨੇ ਅਗਰ ਥੋੜਾ ਜਿਹਾ ਕੌਨਫੀਡੈਂਸ ਲੂਜ਼ ਕਰਦੇ ਹਾਂ। ਮੌਕ ਟੈਸਟ ਦਾ ਪਰਪਸ ਸਿਰਫ ਇਹ ਹੁੰਦਾ ਹੈ ਕਿ ਇੱਕ ਟਾਈਮ ਲਾਈਨ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਟਾਰਗੇਟ ਨੂੰ ਕਿਸ ਤਰ੍ਹਾਂ ਹਿੱਟ ਕਰਨਾ ਹੈ, ਔਰ ਟਾਈਮ ਮੈਨੇਜਮੈਂਟ ਹੀ ਕਮਾਲ ਹੈ ਇਸ ਟੈਸਟ ਦੀ, ਕਿਉਂਕਿ ਕਈ ਵਾਰ ਬੱਚਾ ਕਿਸੇ ਕੁਐਸਚਨ 'ਚ ਸਟਕ ਹੋ ਗਿਆ, ਉੱਥੇ ਫਸ ਕੇ ਰਹਿ ਗਿਆ ਔਰ ਜਾਨੂੰ ਟਾਈਮ ਗੁਜ਼ਰ ਗਿਆ, ਤੇ ਫਿਰ ਮੁੜ ਕੇ ਮੌਕਾ ਨੂੰ ਮਹੀਨੇ ਜਾਂ 1.5 ਮਹੀਨੇ ਬਾਅਦ ਮਿਲਣਾ, ਤੇ ਕਈ ਵਾਰ ਤਾਂ ਫਿਰ ਔਰ ਹੌਲੀ ਦਾ ਕੌਨਫੀਡੈਂਸ ਲੂਜ਼ ਹੋ ਜਾਂਦਾ ਇਸ ਚੀਜ਼ ਨੂੰ ਲੈ ਕੇ। ਅਸੀਂ ਉਹੀ ਚੀਜ਼ ਨੂੰ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੱਚੇ ਨਾਲ ਮੌਕ ਟੈਸਟ ਲੈ ਕੇ ਕਿ ਤੂੰ ਬਾਰ-ਬਾਰ ਪ੍ਰੈਕਟਿਸ ਕਰ, ਅਗਰ ਕਿਤੇ ਗਲਤੀ ਹੋ ਰਹੀ ਹੈ ਬਿਕੋਜ਼ ਵਿਦਿਨ ਦਾ 4 ਵਾਲਸ ਕਲਾਸਰੂਮ ਦੇ ਵਿੱਚ ਤੂੰ ਗਲਤੀ ਦੀ ਗੁੰਜਾਇਸ਼ ਕਰ ਸਕਦਾ ਹੈ, ਬਟ ਫਾਈਨਲ ਐਗਜ਼ਾਮ ਦੇ ਵਿੱਚ ਗਲਤੀ ਦੀ ਗੁੰਜਾਇਸ਼ ਨਹੀਂ ਹੋਏਗੀ ਉੱਥੇ। ਤਾਂ ਇਸ ਕਰਕੇ ਜਿਸ ਤਰ੍ਹਾਂ ਆਰਮੀ ਵਾਲੇ ਰੈਗੂਲਰ ਟ੍ਰੇਨਿੰਗਸ ਕਰਦੇ ਸਵੇਰੇ ਉੱਠ ਕੇ, ਉਹੀ ਸਾਡਾ ਕੰਮ ਹੈ। ਅਸੀਂ ਮੌਕ ਟੈਸਟ ਨੂੰ ਜਸਟ ਲਾਈਕ ਉਹਦਾ ਟ੍ਰੇਨ ਕਰਦੇ ਹਾਂ ਬੱਚਿਆਂ ਨੂੰ ਕਿ ਮੈਕਸਿਮਮ ਟ੍ਰੇਨਿੰਗ ਲਓ ਤਾਂ ਕਿ ਫਾਈਨਲ ਐਗਜ਼ਾਮ ਦੇ ਵਿੱਚ ਜਾ ਕੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਫੇਸ ਨਾ ਹੋਵੇ। ਸਰ ਐਜ਼ ਫਾਰ ਐਜ਼ ਸਟੱਡੀ ਵੀਜ਼ਾਸ ਆਰ ਕੰਸਰਨ, ਜਿਹੜੇ ਸਟੱਡੀ ਵੀਜ਼ਾ ਦੀ ਆਪਾਂ ਗੱਲ ਕਰ ਲਈਏ, ਫਾਈਲਿੰਗ ਦਾ ਤੁਹਾਡਾ ਪ੍ਰੋਸੈਸ ਆ ਜਿਹੜਾ ਉਹ ਬੜਾ ਵਧੀਆ ਤਰੀਕੇ ਦੇ ਨਾਲ ਤੁਹਾਡੇ ਹੈਂਡਲ ਕਰਦੇ ਤੁਸੀਂ ਆਪ, ਔਰ ਤੁਹਾਡੇ ਜਿਹੜੇ EMPLOYEES ਨੇ ਉਹ ਬੜੀ ਡੀਪਲੀ ਜੁੜੇ ਹੋਏ ਨੇ। ਉਹਨਾਂ ਦਾ ਮਤਲਬ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਉਹਨੂੰ ਪਕੜਨਾ ਹੈਗਾ ਚੀਜ਼ ਨੂੰ,
और सिंटेकली एरर नहीं ज़्यादा रखनी और सब तो बड़ी गल है कि तुसी कमिटमेंट ज़्यादा नहीं करते, तुसी देख लेंगे फाइलिंग जो तुहानूं लगदा एवें मतलब जी फोकियां चीज़ां नहीं कि हाँ हो जूगा, ये नहीं जी बिल्कुल श्योरिटी लगती है, तुसी कोशिश करते हो नहीं पकड़न दी। सर देखो पहली गल तो साडे कोल जिहड़े काउंसलर्स ने वो सर्टिफाइड काउंसलर्स ने। साडे कोल जिन्ना भी इन हाउस फाइलिंग है अपना SOP डिपार्टमेंट अपना है साडा ते और उन्होंने को घट्टो घट्ट 15-15 साल का एक्सपीरियंस है क्योंकि साडी कंपनी में 23 साल हो चुके हैं, तो ऑब्वियसली वो साडे कोले बहुत कंटिन्यूसली कंसिस्टेंटली साडे नाल ही काम कर रहे हैं। फाइलिंग एक ऐसा काम है जिसके विच एक लाइन भी अगर गलत हो गई तो वीज़ा रिफ्यूज हो सकता है किसी का। ये चीज़ असीं पहले दिन तो ही ध्यान रखते हैं बच्चे नूं और बच्चे नूं क्लीयर करके चलते हैं कि तुहाडा वीज़ा एश्योर करिए कोई गलती ना होवे, असीं एरर्स नूं मिनिमाइज करते हैं और असीं बार-बार कई प्रोसैस के थ्रू उस फाइलिंग में भेजते हैं, जूनीयर टू सीनियर वाल जाती है और सुपर सीनियर। फाइनली हरदेश सर की एक ये मिशन हैगा कि एरर अपनी फाइल के जीरो करना, जीरो एरर रह जाए वो, ताकि वीज़ा ऑफिसर को फील ही ना हो, उन्होंने लगे कि वाकई ये जोड़े कंसलटेंट्स ने या इन्हों के थ्रू जो बच्चे आते हैं वो वाकई इन्हों फाइलिंग को देखने की लोड़ नहीं, अपने आप ही बहुत सोहना काम करके भेजते हैं। यही साडी बस क्वालिटी है और यही असीं करके दिंदे हैं बच्चों वास्ते और यही वीज़ा सक्सैस का एक बहुत बड़ा रीजन बनता है। विल यू आर एन इंस्टीट्यूशन बड़े लंबे डाटे है पर असीं चाहांगे इस चैनल के माध्यम से तुहाडे अरगे जिहड़े क्रिएटिव लोग ने जिहड़े लोगों नूं नवीं जिंदगी दे रहे हैं, बच्चों के फेस असीं देख सकते हैं कि रोज़ कोई ना कोई 6.5 बैंड 7 बैंड 7.5 बैंड कोई ना कोई वीज़ा, रोज़ इत्थे खुशियां, हुण भी बर्फी खवा के जिद्दां मैडम गई है। तुहाडा सानूं समां देण लई बहुत बहुत धन्यवाद। थैंक यू सर, धन्यवाद तुहाडा आउण दे लई ते हमेशा इदां ही सेवावां सानूं दिंदे रहो सर, ठीक है जी, ते थैंक यू सो मच। थैंक यू। मैडम देवेश जो कि एक ऐसा नाम है जो 1998 से स्वाइन दे रहा है और आप इनके साथ ज्वाइन हुए हो, आप यहाँ अपनी स्वाइन दे रहे हो एज ए काउंसलर, क्या कहना चाहेंगे कि काउंसलिंग का एक बहुत बड़ा रोल रहता है उन बच्चों के लिए जो आइलेट्स के लिए आ रहे हैं, उन बच्चों के लिए जो अपनी फाइलिंग करवा रहे हैं, क्या कहना चाहेंगे? सर जैसे कि बीइंग अ पार्ट ऑफ द वेसर, मुझे मेरे ओनर मिस्टर हरदेश शर्मा ने स्टार्टिंग से ही ये गाइड किया है कि हमें जो स्टूडेंट की फाइल रहती है उसे एज अ फाइल नहीं उसका फ्यूचर कंसिडर करना है। तो मेरा पॉइंट ऑफ व्यू यही रहता है जो बच्चे आइल्स करके हमारे पास आते हैं कि ये जो पेपर है ये हमारे लिए, ना सिर्फ उनके लिए उनका फ्यूचर है, हमारे लिए भी हमारी एक रेपुटेशन है जो हम अगले से अपने हैंड में ले रहे हैं, राइट। तो मेरा यही मोटिव रहता है कि कल को अगर मैं एक बच्चे को अच्छे से गाइड करती हूँ तो वो आगे 4 को हमारा रेफर करे, ठीक है। तो मेरा पॉइंट ऑफ व्यू हमेशा ही ये रहता है कि हम अपनी फाइल को एक प्रॉपर सिचुएशन से या प्रोसेस से हैंडल करें ताकि वो बच्चा कल को जाके हमारी गुडविल क्रिएट करे मार्केट। मैडम उसी गुडविल से जैसे आज आप बर्फी खवा रहे हो तो क्या कहना चाहेंगे कि ऐसी बर्फियां आप, मेरा ख्याल तो है कि हफ्ते में 4-5 बार ये बर्फियां आती रहती होंगी? हाँ जी सर, अब ये पेंडेमिक की सिचुएशन के बाद से थोड़ा सा हमारी काम पे थोड़ा सा अफेक्ट पड़ा है, पर अब मोस्ट प्रोबेबली ऐसा हो रहा है कि पेस पकड़ रहा है हमारा काम। जैसे कि पहले था, अब इंडिविजुअल आप लगा लो कि हम एक हफ्ते में पर वीक में हमारे पास 2 बार ऐसा होता है कि वीज़ा बच्चों का आ ही जाता है, रिजल्ट आने शुरू हो गए। मैडम यहाँ के आप इसी तरह काउंसलिंग न्यूज़ के साथ साथ आइलेट्स वाले बच्चों को जैसे आप पर्सनैलिटी डेवलपमेंट के लिए उनको इंस्पायर करते हैं, उनको बताते हैं कि अरे आपका बॉडी लैंग्वेज ऐसा होना चाहिए, ऐसे डरे नहीं रहना, आपको बहुत कॉन्फिडेंस रखना है, अपने नए देश में जाना है, उसके लिए भी आप बच्चों को मोटिवेट करते हो और एज ए काउंसलर एज ए मोटिवेटर भी आप ये काम कर रहे हैं। ऑब्वियसली सर, पर्सनैलिटी डेवलपमेंट की अगर बात करते हैं तो वो मुझे लगता है ना सिर्फ उन बच्चों के लिए इम्पोर्टेंट है जिन्होंने अब्रॉड जाना है, मुझे लगता है कि जो इंडिया में भी हैं उनमें भी पर्सनैलिटी डेवलपमेंट होना चाहिए। अब हम क्योंकि हम पंजाब से बिलोंग करते हैं, राइट, तो हमारे पंजाब के जो मेजर स्टूडेंट्स में मैंने देखा है वो इंग्लिश के लैंग्वेज के ऊपर उन्हें कॉन्फिडेंस नहीं होता, दे आर नॉट एबल टू स्पीक इन फ्रंट ऑफ अदर्स, राइट। बट अदर पॉइंट पे अगर हम देखें तो वो समझ सकते हैं। तो आई विल सजेस्ट ईच एंड एवरी स्टूडेंट कि आप अपनी पर्सनैलिटी को डेवलप कर सकते हैं वेरियस मोड से, लाइक आप इंग्लिश मूवीज देख सकते हैं, मिरर के सामने आप एक बार सेल्फ इंट्रोडक्शन कर सकते हैं। इससे क्या होता है, बच्चा बूस्ट होता है, उसका इंग्लिश लैंग्वेज और इम्प्रूव होती है, तो ऑटोमेटिकली उसमें कॉन्फिडेंस आ जाता है। थैंक यू मैडम। Thank you so much. My name is Namrata from the Vaser Consultants. I would like to introduce you with my colleague Miss Aarti. Aarti ma'am, how you feel being a part of the Vaser Consultants? I am very happy to being a part of the Vaser Consultants. Thank you.